जिंदाबाद जिंदाबाद जिंदाबाद। ये सरकारां करदियां की हेरा फेरी 420, ये सरकारां करदियां की हेरा फेरी 420। नवी सरकार बनी पलेठा बजट पेश करने वाली मुर्दा सरकार मुर्दाबाद मुर्दाबाद साडा एक जिंदाबाद जिंदाबाद जिंदाबाद। हक्कां ले जो लड़दे लोग जेला तो नहीं डरते लोग, हक्कां ले जो लड़दे लोग जेला तो नहीं डरते लोग। कीर्ति कमे दी ललकार हो नहीं देने सजरेवार, कीर्ति कमे दी ललकार हो नहीं देने सजरेवार। हक सच इंसाफ लई वध रहा है काफला, हक सच इंसाफ लई वध रहा है काफला। साडा एक जिंदाबाद 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 साडा एक जिंदाबाद जिंदाबाद जिंदाबाद। भगवंत मान की ढीठ सरकार मुर्दाबाद 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 सारे मंत्री मुर्दाबाद 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 कमा बजट पेश करने वाली सरकार मुर्दाबाद मुर्दाबाद मुर्दाबाद। फीस वर्ष यूनियन जिंदाबाद जिंदाबाद जिंदाबाद। कंडक्ट वर्कर पक्के करो पके करो पके करो 15 साल कंडक्ट वर्क पक्के करो पके करो पके करो। हक्का ले जो लड़दे लोग जेला तो नहीं डरते लोग, हक्का ले जो लड़दे लोग जेला तो नहीं डरते लोग। हक सच इंसाफ लई वध रहा है काफला, हक सच इंसाफ लई वध रहा है काफला। इस सरकार ਦੇ ਜੋ ਨਿਕੰਮਾ ਪਲੇਟਾ ਬਜਟ ਪੇਸ਼ ਕੀਤਾ ਹੈ ਸਾਥੀਓ, ਉਸ ਤੇ ਰੋਸ ਵਜੋਂ ਜੋ ਸਾਨੂੰ ਸੂਬੇ ਵੱਲੋਂ ਸਾਥੀਓ ਕਾਲ ਆਈ ਏ, ਉਸ ਕਾਲ ਦੇ ਤਹਿਤ ਅਸੀਂ ਅੱਜ ਡਿਪਟੀ ਕਮਿਸ਼ਨਰ ਦੇ ਸਾਹਮਣੇ ਆਪਣਾ ਰੋਸ ਪ੍ਰਦਰਸ਼ਨ ਕਰਨ ਜਾ ਰਹੇ ਹਾਂ, ਕਿਉਂਕਿ ਸਰਕਾਰਾਂ ਪਹਿਲੇ ਵੀ ਆਈਆਂ, ਹੁਣ ਇਹ ਨਵੀਂ ਸਰਕਾਰ ਆਈ। ਚੋਣ ਮੈਨੀਫੈਸਟੋ ਦੇ ਵਿੱਚ ਇਹ ਸਰਕਾਰ ਨੇ ਬੜੇ ਵੱਡੇ ਵਾਅਦੇ ਕੀਤੇ ਔਰ ਲੋਕਾਂ ਨੇ ਉਸ ਰੋਸ ਨੂੰ ਮੁੱਖ ਰੱਖਦਿਆਂ ਉਹ ਪਿਛਲੀਆਂ ਸਰਕਾਰਾਂ ਦਾ ਤਖਤਾ ਜਿਹੜਾ ਪਲਟਾ ਕੇ ਆਪਣੇ ਹੱਕਾਂ ਦਾ ਇਨਸਾਫ ਦਿਵਾਉਣ ਲਈ ਇਹ ਸੋਚਿਆ ਸੀ ਇੱਕ ਚੰਗੀ ਸਰਕਾਰ ਆਵੇਗੀ, ਸ਼ਾਇਦ ਸਾਡੇ ਬੱਚਿਆਂ ਲਈ ਕੋਈ ਨਵਾਂ ਭਵਿੱਖ ਬਣੇਗਾ, ਸਾਡੀ ਰੋਟੀ ਰੋਜੀ ਦਾ ਇਹ ਧਿਆਨ ਕਰਨਗੇ। ਪਰ ਸਾਥੀਓ ਮੇਰੇ ਵੀਰੋ, ਇਹ ਸਰਕਾਰ ਨੇ ਆਉਂਦੇ ਬਜਟ ਦੇ ਵਿੱਚ ਇੱਕ ਪੈਸੇ ਦਾ ਮੁਲਾਜ਼ਮਾਂ ਲਈ ਕੋਈ ਪੈਸਾ ਨਹੀਂ ਰੱਖਿਆ, ਸਗੋਂ ਉਲਟਾ ਇਹਨਾਂ ਨੇ ਆਪਣੀਆਂ ਨੀਤੀਆਂ ਨਵੀਆਂ ਅਪਣਾ ਕੇ ਕਾਰਪੋਰੇਟ ਘਰਾਣੇ ਜ਼ਗੀਰਦਾਰ ਲੋਕਾਂ ਨੂੰ ਵੱਡੇ ਅਦਾਰੇ ਅਤੇ ਬਹੁਤ ਸਾਰੀਆਂ ਸਰਕਾਰ ਦੀਆਂ ਜੋ ਤਗੜੀ ਥਾਵਾਂ ਤੇ ਪੂੰਜੀਆਂ ਨੇ ਉਹਨਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦੇ ਇਹ ਬੜੇ ਜ਼ਬਰਦਸਤ ਫੈਸਲੇ ਲੈ ਰਹੇ ਨੇ, ਜੋ ਸਾਡੇ ਲਈ ਬਹੁਤ ਮਾਰੂ ਤੇ ਘਾਤਕ ਹੋਣਗੇ। ਤਾਂ ਸਾਥੀਓ ਅਸੀਂ ਇਹ ਸਰਕਾਰ ਨੂੰ ਅੱਜ ਇਹ ਪਹਿਲਾ ਦਿਨ ਨੇ, ਬੜੇ ਸ਼ਰਮ ਦੀ ਗੱਲ ਹੋਣੀ ਚਾਹੀਦੀ ਹੈ। ਇਸ ਸਰਕਾਰ ਨੂੰ ਬੜੇ ਵੱਡੇ ਵਾਅਦੇ ਕੀਤੇ ਸੀ, ਬੜੀਆਂ ਲੋਕਾਂ ਨੇ ਆਸਾਂ ਲਾਈਆਂ ਸੀ ਕਿ ਨਵੀਂ ਸਰਕਾਰ ਆਏਗੀ ਤੇ ਸਾਡਾ ਜਿਹੜਾ ਜੀਵਨ ਜ਼ਿੰਦਗੀ ਦਾ ਬੜਾ ਸੌਖਾ ਬੀਤ ਜਾਏਗਾ। ਪਰ ਸਾਥੀਓ ਇਹਨਾਂ ਨੇ ਆਉਂਦਿਆਂ ਸਾਰੇ ਸਾਡਾ ਇਹ ਗਰਦਨ ਦੇ ਉੱਤੇ ਛੁਰੀ ਰੱਖ ਦਿੱਤੀ। ਪਹਿਲੀਆਂ ਸਰਕਾਰਾਂ ਨੇ ਵੀ ਇਸੇ ਤਰ੍ਹਾਂ ਕੀਤਾ, ਹੁਣ ਇਸ ਸਰਕਾਰ ਨੇ ਵੀ ਇਹੀ ਕੰਮ ਕੀਤਾ। ਤਾਂ ਅਸੀਂ ਇਹ ਸਰਕਾਰ ਦੀ ਨਿਖੇਧੀ ਇਸ ਸਟੇਜ ਤੋਂ ਜੰਮ ਕੇ ਕਰਦੇ ਹਾਂ ਕਿ ਇਹ ਸਰਕਾਰ ਨੇ ਮੁਲਾਜ਼ਮਾਂ ਵਾਸਤੇ ਕੁਝ ਨਹੀਂ ਸੋਚਿਆ। ਬੜੀ ਆਸ ਸੀਗੀ, ਪਰ ਅੱਜ ਅਸੀਂ ਇਹ ਸਰਕਾਰ ਦੀ ਨਿਖੇਧੀ ਕਰਦੇ ਹੋਏ ਅਸੀਂ ਇਹ ਸਰਕਾਰ ਦੇ ਖਿਲਾਫ ਉਦੋਂ ਤੱਕ ਲੜਦੇ ਰਵਾਂਗੇ ਜਦੋਂ ਤੱਕ ਸਾਡੇ ਆ ਕੱਚੇ ਕਾਮੇ ਪੱਕੇ ਨਾ ਕੀਤੇ, ਕਿਉਂਕਿ 20 ਸਾਲ ਤੋਂ ਇਹ ਸਾਡੇ ਕੱਚੇ ਕਾਮੇ ਇਹ ਨਗੂਣੀਆਂ ਤਨਖਾਹਾਂ ਤੇ ਕੰਮ ਕਰ ਰਹੇ ਨੇ। ਸਾਥੀਓ ਇਹਨਾਂ ਦੇ ਮੰਤਰੀਆਂ ਦੇ ਲੱਖਾਂ ਰੁਪਈਆਂ ਦੇ ਜਿਹੜੇ ਨੇ ਉਹ ਪੈਨਸ਼ਨਾਂ ਨੇ ਇਹਨਾਂ ਨੂੰ ਲੱਗਦੀਆਂ ਨੇ, ਤੇ ਸਾਡਾ ਇੱਕ ਛੋਟਾ ਜਿਹਾ ਮੁਲਾਜ਼ਮ ਉਹ 10,000 ਰੁਪਏ ਵਿੱਚ ਆਪਣਾ ਗੁਜ਼ਾਰਾ ਕਰ ਰਿਹਾ ਹੈ, ਉਹ ਬੜਾ ਹੀ ਮੁਸ਼ਕਲ ਹੈ। ਆਗੂ ਸਾਹਿਬਾਨ, ਮੁਲਾਜ਼ਮ ਦੋਸਤੋ, ਜੋ परसों पंजाब सरकार ने अपना पलेठा बजट पेश किया है, उस बजट विच उसने मुलाजमां वास्ते एक भी पैसा नहीं रखा, जो कि बहुत शर्म की गल है। क्योंकि सरकार ने अपने मैनीफेस्टो विच मुलाजमां वास्ते पहला बहुत वड्डे वादे किए सन, पर उसके बावजूद जो पहला बजट पेश किया गया तो उसनूं सुन के मुलाजमां की निराशा ही थल्ले पई, जिस विच
ਉਹਨਾਂ ਨੇ ਤੀਸਰੀ ਵਾਰ ਕੰਟਰੈਕਟ ਲੱਗੇ ਹੋਏ ਕਾਮਿਆਂ ਨੂੰ ਪੱਕਾ ਕੀਤਾ। ਜਦ ਵੀ ਕੋਈ ਸਰਕਾਰ ਆਪਣਾ ਮੈਨੀਫੈਸਟੋ ਜਾਰੀ ਕਰਦੀ ਆ ਉਸ ਵਿੱਚ ਹਰ ਵਾਰ ਕੱਚੇ ਕਾਮੇ ਜਾਂ ਕੰਟਰੈਕਟ 'ਤੇ ਲੱਗੇ ਵਰਕਰਾਂ ਨੂੰ 36,000 ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਵਾਅਦਾ ਕੀਤਾ ਜਾਂਦਾ ਹੈ, ਜਿਸ ਦੇ ਚਲਦਿਆਂ ਹੁਣ ਬਜਟ ਵਿੱਚ ਫਿਰ ਇਹ ਹੀ ਤਸੱਲੀ ਦਵਾਈ ਗਈ ਆ ਕਿ ਮੁਲਾਜ਼ਮਾਂ ਨੂੰ ਕੰਟਰੈਕਟ 'ਤੇ ਲੱਗਿਆਂ ਨੂੰ ਪੱਕਿਆਂ ਕੀਤਾ ਜਾਵੇਗਾ। ਪਰ ਇਸ ਤੋਂ ਬਾਅਦ ਸਰਕਾਰ ਨੇ ਹੋਰ ਵੀ ਕਈ ਜੋ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਵਾਸਤੇ ਨਵੀਆਂ ਸਕੀਮਾਂ ਬਣਾਈਆਂ ਹਨ, ਜਿਸ ਦੇ ਕਾਰਨ ਮੁਲਾਜ਼ਮਾਂ ਨੂੰ ਤੇ ਹੋਰ ਵਰਗ ਨੂੰ ਕੁਝ ਨਹੀਂ ਦਿੱਤਾ ਗਿਆ। ਮੈਂ ਸਰਕਾਰ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਾ। ਜੈ ਹਿੰਦ। सरकार मुर्दाबाद 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 सरकारां करदियां हेरा फेरी 420 नहीं चलेगी नहीं चलेगी। अच्छे काम पक्के करो पक्के करो पक्के करो पक्के करो अच्छे काम पक्के करो पक्के करो ठेकेदारी सिस्टम को तबाह करो तबाह करो तबाह करो। जिंदाबाद 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 गिरती कमे जिंदाबाद 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 हटका ले जो इंसाफ के आगे झुकना पड़ेगा, इंसाफ के आगे झुकना पड़ेगा। कारपोरेट घराने की दफा करो दफा करो दफा करो सरमायादारी ढांचा दफा करो दफा करो दफा करो। हक्का ले जो लड़ने लोग जेला तो न डरते लोग, हक्का ले जो लड़ने लोग जेला तो न डरते लोग। गिरती कमे जिंदाबाद 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 गिरती कमे जिंदाबाद 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 सदा एक जिंदाबाद 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 मुर्दाबाद मुर्दाबाद सरकार मुर्दाबाद 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 जिंदाबाद 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 गिरती कामे दी ललकार होन देने सजरेवार गिरती कामे दी ललकार होन देने सजरेवार पंजाब सरकार मुर्दाबाद पंजाब सरकार मुर्दाबाद पंजाब सरकार मुर्दाबाद। हम क्या चाहते हैं इंसाफ। हम क्या चाहते हैं इंसाफ। इंसाफ के आगे झुकना पड़ेगा। इंसाफ के आगे झुकना पड़ेगा। साडा एका जिंदाबाद साडा एका जिंदाबाद पंजाब सरकार मुर्दाबाद 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 पंजाब सरकार मुर्दाबाद। ਪੰਜਾਬ ਯੂਪੀ ਮੁਲਾਜ਼ਮ ਪੈਨਸ਼ਨ ਸਾਂਝਾ ਫਰੰਟ ਦੇ ਸੱਦੇ ਦੇ ਅਨੁਸਾਰ ਜਿਹੜਾ ਅਸੀਂ ਪੰਜਾਬ ਸਰਕਾਰ ਨੇ ਪਿਛਲੇ ਦਿਨੀ ਪਲੇਠਾ ਬਜਟ ਜਿਹੜਾ ਪੇਸ਼ ਕੀਤਾ ਹੈ ਉਹਦੇ ਵਿੱਚ ਬੜੀ ਆਸ ਤੇ ਉਮੀਦ ਸੀ ਮੁਲਾਜ਼ਮਾਂ ਨੂੰ। ਉਮੀਦ ਦੀ ਕਿਰਨ ਸੀ, ਕੱਚੇ ਕਾਮੇ ਜਿਵੇਂ ਪੱਕੇ ਕਰਨੇ, ਠੇਕੇਦਾਰੀ ਸਿਸਟਮ ਨੂੰ ਖਤਮ ਕਰਕੇ ਰੈਗੂਲਰ ਭਰਤੀਆਂ ਕਰਨੀਆਂ, ਰੈਗੂਲਰ ਮੁਲਾਜ਼ਮਾਂ ਦੇ ਡੀਏ 'ਚ ਵਾਧਾ, ਹੋਰ ਪੇਂਡੂ ਭੱਤੇ, ਕਈ ਤਰ੍ਹਾਂ ਦੀਆਂ ਜਿਹੜੀਆਂ ਤਰੁੱਟੀਆਂ ਸੀ ਰਹਿੰਦੀਆਂ, ਉਹਦੀਆਂ ਬੜੀਆਂ ਆਸਾਂ ਤੇ ਉਮੀਦਾਂ ਸੀ। ਪਰ ਉਹਦੇ ਤੇ ਸਰਕਾਰ ਨੇ ਜਿਹੜਾ ਬਿਲਕੁਲ ਕੋਰੀ ਨਾ ਕਰਕੇ ਪਾਣੀ ਫੇਰਿਆ, ਕਿਉਂਕਿ ਪਿਛਲੇ ਦਿਨੀ ਅਸੀਂ ਇੱਕ ਮੰਗ ਦਿਵਸ ਦੇ ਰੂਪ ਦੇ ਵਿੱਚ ਇੱਥੇ ਪ੍ਰਦਰਸ਼ਨ ਕਰਕੇ ਗਏ ਸੀ। ਉਸ ਤੋਂ ਬਾਅਦ ਸਾਡੀਆਂ ਪੰਜਾਬ ਦੀਆਂ ਜਿਹੜੀਆਂ ਜਥੇਬੰਦੀਆਂ ਵਿੱਤ ਮੰਤਰੀ ਹਰਪਾਲ ਚੀਮਾ ਜੀ ਨੂੰ ਮਿਲੀਆਂ ਸੀ ਔਰ ਉਹਨਾਂ ਨੇ ਇਹ ਵਿਸ਼ਵਾਸ ਦਿਵਾਇਆ ਸੀ, ਵਾਅਦਾ ਕੀਤਾ ਸੀ ਵੀ ਤੁਸੀਂ ਜਿਹੜਾ ਆਪਣਾ ਕੋਈ ਵੀ ਬਜਟ ਸੈਸ਼ਨ ਦੇ ਦੌਰਾਨ ਜਿਹੜਾ ਸੰਘਰਸ਼ ਚੰਡੀਗੜ੍ਹ ਨਾ ਵਿੱਢੋ, ਅਸੀਂ ਤੁਹਾਡੀਆਂ ਜਿਹੜੀਆਂ ਮੰਗਾਂ ਪਹਿਲ ਦੇ ਆਧਾਰ ਤੇ ਬਜਟ ਦੇ ਵਿੱਚ ਹੱਲ ਕਰ ਦਿਆਂਗੇ। ਪਰ ਉਹਦੇ ਵਿੱਚ ਤੁਹਾਡੇ ਸਾਹਮਣੇ ਨਿਰਾਸ਼ਾ ਮਿਲੀ ਹੈ, ਜਿਹਦੇ ਰੋਸ ਵਜੋਂ ਅਸੀਂ ਮੰਗਦੇ ਕੁਛ ਨਹੀਂ ਸਰਕਾਰ ਤੋਂ, ਉਹੀ ਜਿਹੜੀਆਂ ਸਾਡੀਆਂ ਇਹਨਾਂ ਦੇ ਆਪਣੇ ਜਿਹੜੇ ਮੈਨੀਫੈਸਟੋ ਦੇ ਵਿੱਚ ਵਾਅਦੇ ਕੀਤੇ ਨੇ ਉਹੀ ਅਸੀਂ ਮੰਗਦੇ ਹਾਂ। ਅਸੀਂ ਹੈਰਾਨ ਇਸ ਗੱਲ ਤੋਂ, ਬੜੀ ਹੈਰਾਨੀ ਹੁੰਦੀ ਹੈ ਵੀ 27,000 36,000 37,000 ਪੱਕੇ ਕਾਮੇ ਵਾਲਾ ਇੱਕੋ ਰੱਟਾ ਫੜਿਆ ਹੈ। ਜਦੋਂ ਬਾਦਲ ਹਾਰੇ ਸੀ 12 ਦੇ ਵਿੱਚ ਤਾਂ ਲਾਸਟ ਦਸੰਬਰ 11 ਦੇ ਵਿੱਚ ਉਹਨਾਂ ਨੇ 27,000 ਦੀ ਪਾਲਿਸੀ ਲਿਆਂਦੀ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ, ਉਹ ਖੁਸ਼ ਹੋ ਗਈ। ਕੈਪਟਨ ਸਰਕਾਰ ਬਣੀ, ਉਹਨੇ ਰੱਦ ਕਰਤਾ ਮੁੱਢੋਂ ਕਿ ਅਸੀਂ ਆਪਣੇ ਜਿਹੜੀ ਸੰਵਿਧਾਨ ਦੇ ਅਨੁਸਾਰ ਜਾਂ ਆਪਣੀ ਜਿਹੜੀ ਪਹਿਲੀ ਮੀਟਿੰਗ ਦੇ ਸੈਸ਼ਨ ਦੇ ਵਿੱਚ ਆਪਣੇ ਫੈਸਲੇ ਲਾਗੂ ਕਰਾਂਗੇ। 3.5 ਪੌਣੇ 4 ਸਾਲ 4.5 ਸਾਲ ਕੈਪਟਨ ਸਾਹਿਬ ਲਗਾ ਲਏ। ਚੰਨੀ ਜੀ ਆਏ, ਉਹਨਾਂ ਨੇ ਵੀ ਇੱਕੋ ਬੋਰਡ ਲਵਾ ਕੇ ਵੱਡੇ ਹੋਰਡਿੰਗ ਲਵਾ ਕੇ 36,000 ਕਾਮੇ ਪੱਕੇ ਕਰਨ ਦਾ ਰਾਹ ਫੜਿਆ, ਜਿਹੜੇ ਬਿਲਕੁਲ ਕੋਰੇ ਝੂਠ ਸਾਬਤ ਹੋਏ। ਇਸੇ ਤਰ੍ਹਾਂ ਹੁਣ ਜਿਹੜਾ ਇਹ
3 ਵਾਰੀ ਇਹਨੇ ਬਿਆਨ ਬਦਲ ਚੁੱਕੀ ਸਰਕਾਰ। ਜਿਹੜੀ ਭਗਵੰਤ ਮਾਨ ਦੀ ਸਰਕਾਰ ਹੈ, ਲਗਭਗ 4 ਮਹੀਨੇ ਹੋਏ ਬਣਿਆ ਨੂੰ। 37,000 ਅਸੀਂ ਅੱਜ ਪੱਕੇ ਕਰ ਰਹੇ ਹਾਂ, ਕਿਤੇ ਫਾਈਲ ਕਿਤੇ ਲਿਖਾ ਹੁੰਦਾ ਹੈ। ਇਸ ਵਾਸਤੇ ਅਸੀਂ ਅੱਜ ਬਹੁਤ ਥੋੜ੍ਹੀ ਗਿਣਤੀ ਦੇ ਵਿੱਚ ਇਹ ਜਿਹੜੇ ਬਜਟ ਦੇ ਵਿੱਚ ਜਿਹੜੇ ਮੁਲਾਜ਼ਮ ਵਿਰੋਧੀ ਤੇ ਪੈਨਸ਼ਨ ਵਿਰੋਧੀ ਫੈਸਲੇ ਹੋਏ ਨੇ, ਉਹਦੀਆਂ ਅਸੀਂ ਅੱਜ ਕਾਪੀਆਂ ਜਿਹੜੀਆਂ ਮਾਣਯੋਗ ਡਿਪਟੀ ਕਮਿਸ਼ਨਰ ਦਫ਼ਤਰ ਫਾਜ਼ਿਲਕਾ ਦੇ ਸਾਹਮਣੇ ਸਾੜਾਂਗੇ। ਔਰ ਇਸ ਤੋਂ ਅਗਲਾ ਐਕਸ਼ਨ ਜੇ ਕੋਈ ਸਾਨੂੰ ਹੋਰ ਵੀ ਸਾਡੇ ਪੰਜਾਬ ਯੂਟੀ ਪੈਨਸ਼ਨ ਤੇ ਸਾਂਝਾ ਫਰੰਟ ਵੱਲੋਂ ਜੇ ਕੋਈ ਹੁਕਮ ਲੱਗਦਾ ਹੈ, ਚਾਹੇ ਉਹ ਚੰਡੀਗੜ੍ਹ ਦਾ ਹੋਵੇ, ਮੁਹਾਲੀ ਦਾ ਹੋਵੇ, ਪਟਿਆਲੇ ਦਾ ਹੋਵੇ, ਅਸੀਂ ਵੱਡੀ ਗਿਣਤੀ ਦੇ ਵਿੱਚ ਜਿਹੜਾ ਫਾਜ਼ਿਲਕਾ ਤੋਂ ਆਪਣੇ ਸ਼ਮੂਲੀਅਤ ਕਰਾਂਗੇ। ਧੰਨਵਾਦ। ਬਾਕੀਆਂ ਸਰਕਾਰਾਂ ਵਾਂਗੂ ਵੀ ਜਿਵੇਂ ਆਪਾਂ ਕਹਿ ਦਈਏ ਕਾਂਗਰਸ, ਬੀਜੇਪੀ, ਅਕਾਲੀ ਦਲ, ਉਹਨਾਂ ਵਾਂਗੂ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਕਰ ਰਹੀ ਕਿ ਕੋਈ ਬਦਲਾਅ ਦੀ ਗੱਲ? ਬਿਲਕੁਲ ਉਸੇ ਰਾਹ ਹੀ ਪੈ ਗਏ ਨੇ ਜੀ। ਬਦਲਾਅ ਨਾਂ ਦੀ ਕੋਈ ਚੀਜ਼ ਨਹੀਂ। ਅਸੀਂ ਵਾਰ-ਵਾਰ ਇਹ ਗੱਲ ਕਹਿੰਦੇ ਵੀ ਅਸੀਂ ਹੋਰ ਕੁਝ ਨਹੀਂ ਮੰਗਦੇ। ਜੋ ਕੁਝ ਤੁਸੀਂ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਵਾਅਦੇ ਕੀਤੇ ਨੇ, ਤੁਸੀਂ ਉਹੀ ਵਾਅਦੇ ਪੂਰੇ ਕਰ ਦਿਓ। ਇੱਕ 15-15, 20-20 ਸਾਲ ਸਾਡੀ ਕਿੰਨੀ ਵੱਡੀ ਤਰਾਸ਼ਦੀ ਹੈ। ਮਹਿੰਗਾਈ ਕਿੱਥੇ ਪਹੁੰਚ ਗਈ? 10,094 ਦੇ ਵਿੱਚ ਇੱਕ ਸਾਡਾ ਮੁਲਾਜ਼ਮ ਹੈ, ਉਹ ਗੁਜ਼ਾਰਾ ਕਰ ਰਿਹਾ ਹੈ। ਤੁਸੀਂ ਦੇਖ ਲਓ ਅੱਜ ਦੇ ਜ਼ਮਾਨੇ ਦੇ ਵਿੱਚ ਇਸ ਮਹਿੰਗਾਈ 'ਚ ਗੁਜ਼ਾਰਾ ਕਰਨਾ ਜਿਹੜਾ ਬੜਾ ਔਖਾ ਹੈ। ਤਾਂ ਸਰਕਾਰ ਦੇ ਜਾਂ ਸਾਡੇ ਹਿੰਦੁਸਤਾਨ ਦੇ ਜਿਹੜੇ ਆਪਣੇ ਡਾਟਿਆਂ ਦੇ ਮੁਤਾਬਕ, ਇਹਨਾਂ ਦੇ ਸਰਵੇ ਦੇ ਮੁਤਾਬਕ ਹਰ ਇੱਕ ਪਰਿਵਾਰ ਨੂੰ 20 ਤੋਂ 25,000 ਦਾ ਜਿਹੜਾ ਉਹ ਮਤਲਬ ਪੈਸੇ ਚਾਹੀਦੇ ਨੇ ਗੁਜ਼ਾਰੇ ਵਾਸਤੇ, ਮਹੀਨੇ ਦੇ ਗੁਜ਼ਾਰੇ ਵਾਸਤੇ। ਇੱਕ 9,94 ਲੈ ਕੇ ਬੰਦਾ ਆਪਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਕਰ ਰਿਹਾ, ਜਿਹੜੀ ਬੜੀ ਤਰਾਸਦੀ ਹੈ। ਔਰ ਮਹਿਕਮੇ ਦੇ ਵਿੱਚ ਬਿਲਕੁਲ ਖਾਲੀ ਪੋਸਟਾਂ ਦਿਨੋਂ ਦਿਨ ਬੜੀਆਂ ਹੋ ਰਹੀਆਂ ਨੇ। ਸਰਕਾਰ ਦਾ ਕੋਈ ਧਿਆਨ ਨਹੀਂ ਇਸ ਪਾਸੇ। ਇਹ ਵੀ ਪਹਿਲੀਆਂ ਸਰਕਾਰਾਂ ਵਾਂਗੂ ਆਪਣੇ ਲਾਮ ਲਸ਼ਕਰ ਦੇ ਜਿਹੜੇ ਉਹ ਕਰਨ ਲੱਗੀ ਵੀ। ਕੈਪਟਨ ਨੇ ਕਿਹਾ ਸੀ ਮੈਂ ਲਾਲ ਬੱਤੀ ਨਹੀਂ ਲੈਣੀ, ਉਹ ਸਾਰਾ ਕੁਝ ਹੁੰਦਾ ਰਿਹਾ। ਇਹ ਕਹਿੰਦੇ ਅਸੀਂ ਆਪਣੀਆਂ ਜਿਹੜੀਆਂ ਸਿਕਿਉਰਟੀਆਂ ਘੱਟ ਲੈਣੀਆਂ ਨੇ, ਉਹ ਸਾਰਾ ਕੁਝ ਤੁਹਾਡੇ ਸਾਹਮਣੇ ਉਵੇਂ ਇਹਨਾਂ ਦੀ ਸਿਕਿਉਰਟੀਆਂ Z+ ਜੋ ਵੀ ਇਹਨਾਂ ਦੇ ਰਿਸ਼ਤੇਦਾਰਾਂ ਨੂੰ ਸਾਰਾ ਕੁਝ ਲਈ ਕਰਦੇ ਨੇ। ਇਹ ਵੀ ਉਹੀ ਰਾਹ ਪੈ ਗਿਆ। ਕਿਤੇ 22 ਦੇ ਵਿੱਚ ਪੈਨਸ਼ਨਰ ਤੇ ਯੂਟੀ ਮੁਲਾਜ਼ਮ ਪੰਜਾਬ ਦੇ ਸੱਦੇ ਤੇ ਪੰਜਾਬ ਸਰਕਾਰ ਦੇ ਕਾਰਪੋਰੇਟ ਘਰਾਣਿਆਂ ਨੂੰ ਸ਼ਹਿ ਦੇਣ ਵਾਲੇ ਨਿਕੰਮੇ ਤੇ ਨਕਾਰਾ ਬਜਟ ਦੀਆਂ ਕਾਪੀਆਂ ਸਾੜਨ ਲਈ ਅਸੀਂ DC ਦਫ਼ਤਰ ਦੇ ਸਾਹਮਣੇ ਇਕੱਠੇ ਹੋਏ ਹਾਂ। ਇਸ ਬਜਟ ਤੋਂ ਸਾਰੇ ਮੁਲਾਜ਼ਮਾਂ ਨੂੰ, ਭਾਵੇਂ ਉਹ ਕੱਚੇ ਮੁਲਾਜ਼ਮ ਸੀ, ਭਾਵੇਂ ਪੱਕੇ ਮੁਲਾਜ਼ਮ ਸੀ, ਸਾਰਿਆਂ ਨੂੰ ਬਹੁਤ ਉਮੀਦਾਂ ਸੀ ਕਿ ਇਸ ਬਜਟ ਦੇ ਵਿੱਚ ਨਵੀਂ ਸਰਕਾਰ ਆਈ ਹੈ, ਨਵੀਆਂ ਉਮੀਦਾਂ ਜਾਗਣਗੀਆਂ। ਸਾਡੇ ਜਿਹੜੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਜਿਹੜਾ ਕਾਫੀ ਮਤਲਬ ਸਾਨੂੰ ਉਮੀਦਾਂ ਸੀ, ਪਰ ਉਹ ਉਮੀਦਾਂ ਇਸ ਸਰਕਾਰ ਨੇ ਤੋੜ ਦਿੱਤੀਆਂ। ਪਿਛਲੇ 15 ਸਾਲਾਂ ਤੋਂ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਵਿੱਚ ਅਸੀਂ ਨਿਗੁਣੀਆਂ ਜਿਹੀਆਂ ਤਨਖਾਹਾਂ ਤੇ 8-8, 9-9 ਹਜ਼ਾਰ ਦੀਆਂ ਤਨਖਾਹਾਂ ਤੇ ਕੰਮ ਕਰ ਰਹੇ ਹਾਂ। ਜਦੋਂ ਕਰੋਨਾ ਦੇ ਵਿੱਚ ਸਾਰੇ ਦਫ਼ਤਰ ਬੰਦ ਸੀ, ਸਾਰੇ ਲੋਕ ਘਰਾਂ ਦੇ ਵਿੱਚ ਬੈਠੇ ਸੀ, ਉਸ ਟਾਈਮ ਅਸੀਂ ਜਲ ਸਪਲਾਈ ਵਰਕਰ ਜਿਹੜੇ ਆਪਣੀਆਂ ਜਾਨਾਂ ਦੀ ਪਰਵਾਹ ਨਾ ਕਰਦੇ ਹੋਏ ਅਸੀਂ ਲੋਕਾਂ ਦੀ ਸੇਵਾ ਕੀਤੀ। ਜਲ ਸਪਲਾਈ ਸਕੀਮਾਂ ਚਲਾਈਆਂ ਕੋਵਿਡ ਦੇ ਵਿੱਚ ਵੀ, ਪਰ ਸਰਕਾਰ ਸਾਡੇ ਵੱਲ ਕੁਝ ਨਹੀਂ ਸੋਚ ਰਹੀ। ਸਾਡੇ ਨਾਲ ਤਾਂ ਇੱਕ ਭੱਦਾ ਮਜ਼ਾਕ ਬਣਾ ਕੇ ਰੱਖਤਾ ਸਰਕਾਰ ਨੇ। ਪਹਿਲਾਂ ਅਕਾਲੀ ਬੀਜੇਪੀ ਸਰਕਾਰ ਨੇ ਇੱਕ ਨਿਗੂਣਾ ਜਿਹਾ ਕਾਨੂੰਨ ਲਿਆ ਕੇ ਪੱਕੇ ਕੀਤਾ, ਸਾਨੂੰ ਪੱਕਾ ਇੱਕ ਵੀ ਨਹੀਂ ਹੋਇਆ। ਉਸ ਤੋਂ ਬਾਅਦ ਚੰਨੀ ਸਰਕਾਰ ਨੇ 36,000 ਪੱਕੇ ਕਰਤੇ, ਉਹ ਉਦੋਂ ਵੀ ਅਸੀਂ ਰਹਿ ਗਏ। ਫਿਰ ਹੁਣ ਇਹਨਾਂ ਨੇ ਪੱਕੇ ਕਰਤਾ। ਜਿਹੜਾ ਆਮ ਆਦਮੀ ਪਾਰਟੀ ਸਰਕਾਰ ਲਗਾਤਾਰ ਢਿੰਡੋਰਾ ਪੱਟ ਰਹੀ ਹੈ ਵੀ ਅਸੀਂ 36,000 ਮੁਲਾਜ਼ਮ ਪੱਕੇ ਕਰਾਂਗੇ। ਬਜਟ ਦੇ ਵਿੱਚ ਅਸੀਂ ਇਹਨਾਂ ਵਾਸਤੇ ਜਿਹੜਾ ਫੰਡ ਐਕਸਟਰਾ ਰੱਖਤਾ, ਜਦੋਂ ਕਿ ਜਿਹੜਾ ਇਹਨਾਂ ਨੇ ਮੁਲਾਜ਼ਮਾਂ ਨੂੰ ਪੱਕੇ ਕਰਨ ਵਾਸਤੇ ਜਿਹੜਾ ਐਕਟ ਬਣਾਇਆ, ਉਹਦੇ ਵਿੱਚ ਮੈਂ ਦਾਅਵਾ ਕਰਦਾ ਇੱਕ ਵੀ ਮੁਲਾਜ਼ਮ ਪੱਕਾ ਨਹੀਂ ਹੋਵੇਗਾ, ਕਿਉਂਕਿ ਸਰਕਾਰ ਦੀਆਂ ਨੀਤੀਆਂ ਹੀ ਨਹੀਂ ਪੱਕੇ ਕਰਨ ਦੀਆਂ। ਜੇ ਸਰਕਾਰ ਚਾਹੁੰਦੀ ਹੈ ਪੱਕੇ ਮੁਲਾਜ਼ਮਾਂ ਨੂੰ, ਕੱਚੇ ਮੁਲਾਜ਼ਮਾਂ ਨੂੰ ਪੱਕੇ ਮੁਲਾਜ਼ਮਾਂ ਦੇ ਬਰਾਬਰ ਤਨਖਾਹ ਦਿੱਤੀ ਜਾਵੇ। ਜਿੰਨਾ ਚਿਰ ਪੱਕੇ ਨਹੀਂ ਕੀਤੇ ਜਾਂਦੇ, ਬਰਾਬਰ ਤਨਖਾਹ ਤੇ ਬਰਾਬਰ ਕੰਮ ਦੀ ਜਿਹੜੀ ਉਹ ਸ਼ਰਤ ਲਾਗੂ ਕੀਤੀ ਜਾਵੇ। ਜੋ ਸਾਡੇ ਮਤਲਬ ਜਿਹੜੇ ਵਰਕਰ ਹੈ ਜਿਨ੍ਹਾਂ ਨਾਲ ਦੁਰਘਟਨਾ ਹੋ ਜਾਂਦੀ ਹੈ, ਉਹਨਾਂ ਵਾਸਤੇ ਜਿਹੜਾ ਘੱਟੋ ਘੱਟ 30 ਲੱਖ ਰੁਪਏ ਦਾ ਜਿਹੜਾ ਮੈਡੀਕਲ ਤੇ ਇੰਸ਼ੋਰੈਂਸ ਕੀਤਾ ਜਾਵੇ। ਸਾਨੂੰ ਜਿਹੜੀਆਂ ਸੇਵਾਵਾਂ ਸਾਡੇ ਕੋਲੋਂ ਪੱਕੇ ਮੁਲਾਜ਼ਮਾਂ ਦੇ ਬਰਾਬਰ ਲਈਆਂ ਜਾਂਦੀਆਂ, ਤਨਖਾਹਾਂ ਸਾਨੂੰ ਨਿਗੂਣੀਆਂ ਦੇ ਕੇ ਸਾਰੀਆਂ ਸਹੂਲਤਾਂ ਤੋਂ ਵਾਂਝਾ ਰੱਖਿਆ ਜਾ ਰਿਹਾ। ਅਸੀਂ ਸਰਕਾਰ ਨੂੰ ਇਹ ਚੇਤਾਵਨੀ ਦਿੰਦੇ ਹਾਂ ਕਿ ਜੇ ਸਾਡੀਆਂ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਸੂਬਾਈ ਕਮੇਟੀ ਦੇ ਫੈਸਲੇ ਅਨੁਸਾਰ ਅਸੀਂ ਸਰਕਾਰ ਦੀਆਂ ਚੂੜਾਂ ਹਿਲਾ ਕੇ ਰੱਖਾਂਗੇ। ਸਰਕਾਰ ਦਾ ਕਹਿਣਾ, ਇਲੈਕਸ਼ਨ ਤੋਂ ਪਹਿਲਾਂ ਸਰਕਾਰ ਦਾ ਕਹਿਣਾ ਸੀ ਐਵੇਂ ਵੱਡੇ ਵੱਡੇ ਦਾਅਵੇ ਕੀਤੇ ਬਦਲਾਵ ਕਰਾਂਗੇ। ਕਿਸ ਤਰ੍ਹਾਂ ਦਾ ਬਦਲਾਵ ਆਇਆ ਕਿ ਕਿੰਨਾ ਕੁ ਬਦਲਾਵ ਵੇਖਣ ਨੂੰ ਮਿਲ ਰਿਹਾ? ਬਦਲਾਵ ਤਾਂ ਇਹਨਾਂ ਦੀ ਆਪ ਦੀ ਸਰਕਾਰ ਦੇ ਵਿੱਚ ਹੋਇਆ। ਇੱਕ ਦਿੱਲੀ ਦਾ ਜਿਹੜਾ ਮੰਤਰੀ ਹੈਗਾ ਉਹ ਜੇਲ੍ਹ ਦੇ ਵਿੱਚ ਹੈ, ਇੱਕ ਪੰਜਾਬ ਦਾ ਹੈਲਥ ਮਿਨਿਸਟਰ ਜੇਲ੍ਹ ਦੇ ਵਿੱਚ ਹੈ, ਬਾਕੀ ਕਿਸੇ ਵਰਕਰ ਦਾ ਤਾਂ ਪਤਾ ਹੋਇਆ ਨਹੀਂ। ਬਦਲਾਵ ਤਾਂ ਇਹਨਾਂ 3 ਮਹੀਨਿਆਂ 'ਚ ਇਹ ਵੇਖਣ ਨੂੰ ਮਿਲਿਆ ਵੀ ਇਹਨਾਂ ਦੇ 2 ਮੰਤਰੀ ਜੇਲ੍ਹਾਂ 'ਚ ਗਏ, ਹੋਰ ਤਾਂ ਕੋਈ ਬਦਲਾਅ ਪੰਜਾਬ ਦੇ